ਦੋਵਾਂ ਵਿੱਚ ਅੰਡਰਸਟੈਂਡਿੰਗ ਇਹ ਬਣੀ ਕਿ ਅਸੀਂ ਦੋਨੇ ਪਰਿਵਾਰ ਬਰਾਬਰ ਦੇ ਪੈਸੇ ਲਾ ਕੇ ਮੇਰੀ ਬੇਟੀ ਵਿਦੇਸ਼ ਜਾਊਗੀ ਔਰ ਮੇਰੇ ਜਵਾਈ ਨੂੰ ਸਪਾਊਸ ਦੇ ਤੌਰ ਤੇ ਲੈ ਕੇ ਜਾਊਗੀ। ਮੈਨੂੰ ਹੁਣ ਇਸ ਤਰ੍ਹਾਂ ਦਾ ਵੀ ਖਤਰਾ ਵਾ ਕਿ ਜਿਹੜਾ ਕੈਨੇਡਾ ਵਰਗੇ ਦੇਸ਼ ਵਿੱਚ ਜਾ ਕੇ ਡੋਮੈਸਟਿਕ ਵਾਇਲੈਂਸ ਕਰ ਦਿੱਤਾ ਉਹ ਮੇਰੀ ਬੇਟੀ ਨੂੰ ਕੋਈ ਜਾਨੀ ਨੁਕਸਾਨ ਵੀ ਪਹੁੰਚਾ ਸਕਦਾ ਵਾ। ਕੇਵਲ ਲੜਕੀਆਂ ਹੀ ਬਾਹਰ ਜਾ ਕੇ ਧੋਖਾ ਨਹੀਂ ਕਰਦੀਆਂ ਜਾਂ ਆਪਣੇ ਸਪਾਊਸ ਨੂੰ ਧੋਖਾ ਨਹੀਂ ਦਿੰਦੀਆਂ, ਲੜਕੇ ਵੀ ਇੰਜ ਕਰਦੇ ਆ। ਕੈਨੇਡਾ ਪਹੁੰਚ ਕੇ 1 ਮਹੀਨੇ ਵਿੱਚ ਹੀ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ। ਇਹ ਲੜਕੀ ਨੂੰ ਮਾਰਦਾ ਕੁੱਟਦਾ ਵੀ ਹੈ ਜੀ। ਨੌਬਤ ਇੱਕ ਵਾਰੀ ਇਦਾਂ ਆ ਗਈ ਕਿ ਮੈਨੂੰ ਆਪਣੀ ਪੁਲਿਸ ਚੌਂਕੀ ਰਈਆ ਦੇ ਵਿੱਚ ਲਿਖਤੀ ਸ਼ਿਕਾਇਤ ਵੀ ਦਰਜ ਕਰਨੀ ਪਈ। ਡੇਢ ਕੁ ਮਹੀਨਾ ਮੰਨ ਕੇ ਚਲੋ, 1.5 ਮਹੀਨਾ ਉਹ ਇਕੱਠੇ ਰਹੇ ਆ। ਉਸ ਤੋਂ ਬਾਅਦ ਜਿਉਂ ਹੀ ਮੇਰੀ ਬੇਟੀ ਨੇ ਉਹਦੇ ਵੱਖ-ਵੱਖ ਏਜੰਸੀਜ਼ ਨੂੰ ਰਿਜ਼ਿਊਮੇ ਭੇਜੇ ਸੀਗੇ, ਕੰਮ ਤੇ ਜਾਣ ਲੱਗਿਆ। ਜਿੱਥੇ ਕੰਮ ਤੇ ਜਾਂਦਾ ਸੀਗਾ ਉੱਥੇ ਬਹੁਤ ਸਾਰੀਆਂ ਲੜਕੀਆਂ ਦੇ ਨਾਲ ਉਹਦੇ ਅਫੇਅਰਸ, ਅਡਲਟਰੀ ਔਰ ਫਲਰਟਿੰਗ ਵਗੈਰਾ ਕਰਨ ਲੱਗ ਗਿਆ। ਪੰਜਾਬ ਦੇ ਨੌਜਵਾਨਾਂ ਦੀ ਅਕਸਰ ਹੀ ਦੌੜ ਵਿਦੇਸ਼ ਹੁੰਦੀ ਹੈ। ਜੇਕਰ ਗੱਲ ਕੀਤੀ ਜਾਵੇ ਨੌਜਵਾਨਾਂ ਦੀ ਅਤੇ ਕੁੜੀਆਂ ਦੀ ਤਾਂ ਉਹਨਾਂ ਦਾ ਇੱਕ ਹੀ ਗੋਲ ਹੁੰਦਾ ਹੈ ਕਿ ਉਹ ਕੈਨੇਡਾ, ਅਮਰੀਕਾ ਜਾਂ ਇੰਗਲੈਂਡ ਜਾ ਕੇ ਸੈਟਲ ਹੋਣ, ਚਾਹੇ ਉਹਨਾਂ ਵਾਸਤੇ ਉਹ ਕੁਝ ਵੀ ਕਰਨ ਨੂੰ ਤਿਆਰ ਹੋਣ। ਇਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆਇਆ ਸੀਗਾ ਲਵਪ੍ਰੀਤ ਦਾ, ਜਿਸ ਵਿੱਚ ਇੱਕ ਲੜਕੀ ਵੱਲੋਂ ਉਸ ਨੂੰ ਧੋਖਾ ਦਿੱਤਾ ਗਿਆ ਅਤੇ ਉਸ ਨੇ ਆਪਣੀ ਜਾਨ ਗਵਾਈ। ਲੇਕਿਨ ਕਈ ਇਸ ਤਰ੍ਹਾਂ ਦੀਆਂ ਲੜਕੀਆਂ ਵੀ ਨੇ ਜਿਹੜੀਆਂ ਲੜਕਿਆਂ ਦੇ ਧੋਖੇ ਦਾ ਸ਼ਿਕਾਰ ਹੋ ਰਹੀਆਂ ਨੇ। ਇਸ ਤਰ੍ਹਾਂ ਦੀ ਹੀ ਇੱਕ ਪਰਿਵਾਰ ਸਾਡੇ ਨਾਲ ਮੌਜੂਦ ਹੈ ਬਾਬੇ ਬਕਾਲੇ ਤੋਂ। ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਦਾ ਧੋਖਾ ਜਿਹੜਾ ਆ ਉਹਨਾਂ ਨੂੰ, ਉਹਨਾਂ ਦੀ ਬੇਟੀ ਨੂੰ ਜਿਹੜਾ ਆ ਮਿਲਦਾ ਹੋਇਆ ਨਜ਼ਰ ਆ ਰਿਹਾ। ਔਨ 에ਅਰ ਤੇ ਭਾਜੀ ਤੁਹਾਡਾ ਸਵਾਗਤ ਹੈ। ਦੂਸਰੇ ਨੰਬਰ ਤੇ ਹੈ ਕਿ ਕਿਸ ਤਰ੍ਹਾਂ ਦਾ ਧੋਖਾ ਜਿਹੜਾ ਆ ਉਹ ਤੁਹਾਡੀ ਬੇਟੀ ਨੂੰ ਜਿਹੜਾ ਆ ਤੁਹਾਡਾ ਜਿਹੜਾ ਜਵਾਈ ਆ ਉਹ ਦੇ ਰਿਹਾ ਹੈ। ਸਭ ਤੋਂ ਪਹਿਲਾਂ ਔਨ 에ਅਰ ਦੇ ਦਰਸ਼ਕਾਂ ਨੂੰ ਮੇਰਾ ਹੱਥ ਜੋੜ ਕੇ ਨਮਸਕਾਰ। ਸਰ, ਬੇਨਤੀ ਇਹ ਹੈ ਕਿ ਮੇਰੀ ਬੇਟੀ ਦੀ ਸ਼ਾਦੀ 19 ਜਨਵਰੀ 2019 ਨੂੰ ਹੋਈ ਸੀਗੀ, ਦੋਨਾਂ ਪਰਿਵਾਰਾਂ ਦੀ ਸਹਿਮਤੀ ਦੇ ਨਾਲ। ਮੇਰੀ ਬੇਟੀ ਨੇ +2 ਤੋਂ ਬਾਅਦ ਜੋ ਆਈਲੈਟਸ ਕਰ ਲਈ ਸੀਗੀ। ਦੋਵਾਂ ਪਰਿਵਾਰਾਂ ਦੇ ਵਿੱਚ ਬੈਠ ਕੇ ਇਹ ਸਮਝੌਤਾ ਹੋਇਆ ਕਿ ਕਿਉਂਕਿ ਮੈਂ ਇੱਕ ਸਰਕਾਰੀ ਕਰਮਚਾਰੀ ਹਾਂ ਅਤੇ ਸਮਝੌਤਾ ਕਹਿ ਲਓ ਜਾਂ ਦੋਵਾਂ ਵਿੱਚ ਅੰਡਰਸਟੈਂਡਿੰਗ ਇਹ ਬਣੀ ਕਿ ਅਸੀਂ ਦੋਨੇ ਪਰਿਵਾਰ ਬਰਾਬਰ ਦੇ ਪੈਸੇ ਲਾ ਕੇ ਮੇਰੀ ਬੇਟੀ ਵਿਦੇਸ਼ ਜਾਊਗੀ ਔਰ ਮੇਰੇ ਜਵਾਈ ਨੂੰ ਸਪਾਊਸ ਦੇ ਤੌਰ ਤੇ ਲੈ ਕੇ ਜਾਊਗੀ। ਅਕਸਰ ਹੀ ਦੇਖਣ ਨੂੰ ਮਿਲਦਾ, ਤੁਸੀਂ ਕਹਿ ਰਹੇ ਕਿ ਸਮਝੌਤਾ ਆਇਆ ਸੀਗਾ ਦੋਨੋਂ ਅੱਧੇ ਦੇ ਪੈਸੇ ਲਗਾਉਣਗੇ, ਲੇਕਿਨ 99% ਲੜਕੀਆਂ ਦੇ ਮਾਂ-ਬਾਪ ਦਾ ਕਹਿਣਾ ਹੁੰਦਾ ਕਿ ਬੱਚੀਆਂ ਦੇ ਪੈਸੇ ਲਗਾਏ ਜਾਣ, ਬੱਚੀਆਂ ਉੱਥੇ ਜਾਣਗੇ ਤੇ ਬੱਚੇ ਨੂੰ ਸਪੌਂਸ ਕਰਕੇ ਤੇ ਉੱਥੇ ਬੁਲਾਇਆ ਜਾਏਗਾ। ਤੁਸੀਂ ਅਲੱਗ ਜਿਹੜਾ ਆ ਇੱਕ ਦੱਸਦੇ ਪਿਓ ਕਿ ਤੁਹਾਡੇ ਦਿਮਾਗ 'ਚ ਪਹਿਲਾਂ ਹੀ ਸੀਗਾ ਕਿ ਇਸ ਤਰ੍ਹਾਂ ਦਾ ਕੁਝ ਨਾ ਹੋ ਜਾਵੇ ਕਿਤੇ? ਹਾਂ ਸਰ, ਜਦੋਂ ਮੇਰੀ ਬੇਟੀ ਨੇ ਆਈਲੈਟਸ ਕਰ ਲਈ ਸੀਗੀ ਤੇ ਮੈਂ ਅਖਬਾਰ ਦੇ ਵਿੱਚ ਮੈਟਰੀਮੋਨੀਅਲ ਵੀ ਪਾਇਆ ਸੀਗਾ। ਇਸ ਰਿਸ਼ਤੇ ਤੈਅ ਹੋਣ ਤੋਂ ਪਹਿਲਾਂ ਮੈਂ ਕਰੀਬ 3-4 ਲੜਕੀਆਂ ਪਰਿਵਾਰਾਂ ਦੇ ਨਾਲ ਸੰਬੰਧ ਕਰਿਆ। ਉਹਨਾਂ ਸਾਰਿਆਂ ਨੂੰ ਵੀ ਇਹ ਕਿਹਾ ਸੀਗਾ, ਮੇਰਾ ਮਕਸਦ ਪੈਸੇ ਅੱਧੇ ਲਾਉਣ ਦਾ ਇਹ ਸੀਗਾ ਕਿ ਕਿਉਂਕਿ ਮੈਂ ਇੱਕ ਅੱਛੇ ਰੋਜ਼ਗਾਰ ਤੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਲੱਗਿਆ ਹੋਇਆ ਤੇ ਮੇਰੀ ਬੇਟੀ ਨੂੰ ਕੱਲ੍ਹ ਨੂੰ ਕੋਈ ਇਹ ਨਾ ਕਹੇ ਕਿ ਤੂੰ ਆਪਣੇ ਮਾਪਿਆਂ ਦੀ ਇਕੱਲੀ ਲੜਕੀ ਸੀ, ਕੀ ਤੇਰੇ ਮਾਪੇ ਤੇਰੇ ਲਈ ਪੈਸੇ ਨਹੀਂ ਲਾ ਸਕੇ। ਮੇਰਾ ਮਕਸਦ ਇਹ ਸੀਗਾ, ਇੱਕ ਅੱਛੀ ਇੰਟੈਂਸ਼ਨ ਦੇ ਨਾਲ ਮੈਂ ਅੱਧੇ ਪੈਸੇ ਲਾਉਣ ਨੂੰ ਤਿਆਰ ਹੋਇਆ ਜੀ। ਲੇਕਿਨ ਹਮੇਸ਼ਾ ਹੀ ਲੜਕੀ ਦਾ ਆਪਣੇ ਬਾਪ ਨਾਲ ਬਹੁਤ ਪਿਆਰ ਹੁੰਦਾ ਹੈ। ਕਦੀ ਉਹਨਾਂ ਨੇ ਗੱਲਬਾਤ ਨਹੀਂ ਕੀਤੀ ਕਿ ਪਾਪਾ ਮੈਨੂੰ ਆਹ ਪ੍ਰੋਬਲਮ ਆ ਰਹੀ ਹੈ ਹੁਣ? ਕਿਉਂਕਿ ਲਗਾਤਾਰ ਹੀ ਜੇਕਰ ਲੜਕੀ ਨੂੰ ਕੋਈ ਵੀ ਪ੍ਰੋਬਲਮ ਹੋਵੇ ਉਹ ਸਭ ਤੋਂ ਪਹਿਲਾਂ ਆਪਣੇ ਪਿਤਾ ਨੂੰ ਦੱਸਦੀ ਹੈ, ਮਾਂ ਨੂੰ ਵੀ ਬਾਅਦ 'ਚ ਦੱਸਦੀ ਹੈ, ਪਹਿਲਾਂ ਪਿਤਾ ਨੂੰ ਦੱਸਦੀ ਹੈ ਕਿ ਪਿਤਾ ਜੀ ਮੈਨੂੰ ਆਹ ਪ੍ਰੋਬਲਮ ਆ ਰਹੀ। ਕਦੀ ਬੇਟੀ ਨੂੰ ਦੱਸਿਆ ਤੁਹਾਨੂੰ ਆਹ ਪ੍ਰੋਬਲਮ ਆ ਰਹੀ ਹੈ? ਜੀ ਬਿਲਕੁਲ। ਇਹ ਪ੍ਰੋਬਲਮ ਨਾ ਛੋਟੀਆਂ ਪ੍ਰੋਬਲਮਸ ਮੈਰਿਜ ਹੋਣ ਤੋਂ ਜਲਦੀ ਬਾਅਦ ਆਉਣੀਆਂ ਸ਼ੁਰੂ ਹੋ ਗਈਆਂ ਸੀ, ਜਦੋਂ ਉਹ ਇੱਥੇ ਇੰਡੀਆ ਦੇ ਵਿੱਚ ਹੀ ਸੀਗਾ। ਤੇ ਬੀਇੰਗ ਏ ਪੇਰੈਂਟਸ ਜਾਂ ਬੀਇੰਗ ਏ ਫਾਦਰ, ਮੇਰਾ ਇਹ ਸੀਗਾ ਕਿ ਨਵੇਂ ਜਦੋਂ ਆਪਾਂ ਮੈਰਿਜ ਕਰਦੇ ਹਾਂ ਤਾਂ ਹਰ ਘਰ ਦੇ ਵਿੱਚ ਇਹ ਪ੍ਰੋਬਲਮਸ ਆਉਂਦੀਆਂ ਵਾ। ਮੈਂ ਆਪਣੀ ਬੇਟੀ ਨੂੰ ਇਹ ਸਮਝਾਇਆ ਕਿ ਪੁੱਤਰ, ਹਰ ਇੱਕ ਆਪਣੇ ਆਪ ਨੂੰ ਤਬਦੀਲ ਕਰਨਾ ਚਾਹੀਦਾ ਮਾਹੌਲ ਦੇ ਅਨੁਸਾਰ, ਔਰ ਮੇਰੀ ਬੇਟੀ ਨੇ ਆਪਣੇ ਆਪ ਨੂੰ ਤਬਦੀਲ ਕਰਿਆ ਵੀ। ਮੈਨੂੰ ਇੰਝ ਸੀਗਾ ਕਿ ਚਲੋ ਸੱਸ ਨੌ ਦੀ ਜਿਹੜੀ ਟਰਡੀਸ਼ਨਲ ਨੋਕ ਝੋਕ ਵਾ, ਜਦੋਂ ਉਹ ਦੋਨੇ ਪਰਿਵਾਰ, ਲੜਕੀ ਐਂਡ ਲੜਕਾ ਦੋਨੇ ਚਲੇ ਗਏ ਉੱਥੇ, ਇਹ ਆਪਣੇ ਕੰਮਕਾਰ 'ਚ ਰੁੱਝ ਜਾਣਗੇ ਔਰ ਇਹੋ ਜਿਹੀਆਂ ਪ੍ਰੋਬਲਮਸ ਖਤਮ ਹੋ ਜਾਣਗੀਆਂ। ਔਰ ਦੂਸਰੀ ਗੱਲ, ਮੇਰੀ ਬੇਟੀ ਨੇ ਮੇਰੇ ਸ਼ਬਦਾਂ ਦੀ, ਮੈਂ ਆਪਣੇ ਰਿਲੇਟਿਵਸ ਨੂੰ ਇਹ ਕਿਹਾ ਸੀਗਾ ਕਿ ਜਦ ਤੱਕ ਮੇਰਾ ਜਵਾਈ ਉੱਥੇ ਕੈਨੇਡਾ ਨਹੀਂ ਪਹੁੰਚੂਗਾ, ਮੇਰੀ ਟੈਨਸ਼ਨ ਇਹ ਨਹੀਂ ਖਤਮ ਹੋਊਗੀ। ਇਹ ਨਹੀਂ ਮੈਂ ਸੋਚਦਾ ਕਿ ਮੇਰੀ ਬੇਟੀ ਪਹੁੰਚ ਗਈ ਹੈ, ਅਤੇ ਜਦ ਤੱਕ ਮੇਰਾ ਜਵਾਈ ਨਹੀਂ ਪਹੁੰਚੂਗਾ ਤਦ ਤੱਕ ਮੇਰੀ ਚਿੰਤਾ ਬਿਲਕੁਲ ਨਾਲ ਬਰਕਰਾਰ ਰਹੂਗੀ।
ਤੁਹਾਨੂੰ ਜਦੋਂ ਤੁਸੀਂ ਵੀ ਅਕਸਰ ਵੇਖਿਆ ਹੋਵੇਗਾ ਬੇਅੰਤ ਕੌਰ ਤੇ ਲਵਪ੍ਰੀਤ ਦਾ ਜਿਹੜਾ ਮਾਮਲਾ ਗਿਆ ਸਾਹਮਣੇ ਆਇਆ ਸੀਗਾ, ਕਿ ਤੁਸੀਂ ਵੀ ਉਸੇ ਤੋਂ ਡਰਦੇ ਹੋਏ ਤੇ ਨਹੀਂ ਕਿਤੇ ਅੱਜ ਸਾਹਮਣੇ ਆ ਰਹੇ ਹੋ, ਕਿਉਂਕਿ ਲਗਾਤਾਰ ਹੀ ਕੋਸ਼ਿਸ਼ ਵੀ ਇਹੀ ਹੁੰਦੀ ਮਾਂ-ਬਾਪ ਨੂੰ ਕਿ ਆਪਣੇ ਬੱਚੇ ਸੇਵ ਕੀਤੇ ਜਾਣ, ਕਿ ਉਹ ਟੈਨਸ਼ਨ ਤਾਂ ਨਹੀਂ ਤੁਹਾਡੀ ਕਿਤੇ ਹੈਗੀ? ਜੀ ਸਰ, ਬਿਲਕੁਲ ਇਹ ਪੁਆਇੰਟ ਵੀ ਬਿਲਕੁਲ ਕਿਤੇ ਨਾ ਕਿਤੇ ਮੇਰੇ ਦਿਮਾਗ ਵਿੱਚ ਸੀਗਾ। ਪਹਿਲਾਂ ਤੇ ਮੈਂ ਤੁਹਾਡੇ ਚੈਨਲ ਦੇ ਸਰੋਤਿਆਂ ਦੇ ਨਾਲ, ਔਨ 에ਅਰ ਦੇ ਸਰੋਤਿਆਂ ਦੇ ਨਾਲ ਇਹ ਗੱਲ ਲਵਪ੍ਰੀਤ ਵਾਲੀ ਔਰ ਬੇਅੰਤ ਕੌਰ ਵਾਲੀ ਸਾਰਿਆਂ ਨੂੰ ਹੀ, ਜਿਹੜੇ ਵੀ ਇੱਕ ਇਮੋਸ਼ਨਸ ਰੱਖਦੇ ਆ ਚਾਹੇ ਨਹੀਂ ਰੱਖਦੇ, ਸਾਰਿਆਂ ਨੂੰ ਉਸ ਗੱਲ ਦਾ ਬੜਾ ਦੁੱਖ, ਔਰ ਮੈਂ ਵੀ ਦੁੱਖ ਜ਼ਾਹਰ ਕਰਦਾ ਵਾਂ। ਮੈਨੂੰ ਇਹ ਤੁਹਾਡੇ ਨਾਲ ਸੰਪਰਕ ਕਰਨ ਦਾ ਖਿਆਲ ਇਸ ਲਈ ਆਇਆ ਕਿ ਕਿਉਂ ਨਾ ਲੋਕਾਂ ਤਾਈਂ ਇਹ ਗੱਲ ਵੀ ਪਹੁੰਚਾਈ ਜਾਵੇ ਕਿ ਕੇਵਲ ਲੜਕੀਆਂ ਹੀ ਬਾਹਰ ਜਾ ਕੇ ਧੋਖਾ ਨਹੀਂ ਕਰਦੀਆਂ ਜਾਂ ਆਪਣੇ ਸਪਾਊਸ ਨੂੰ ਧੋਖਾ ਨਹੀਂ ਦਿੰਦੀਆਂ, ਲੜਕੇ ਵੀ ਇੰਜ ਕਰਦੇ ਆ। ਮੇਰੇ ਵਾਲੇ ਕੇਸ ਦੇ ਵਿੱਚ ਲੜਕੇ ਪਰਿਵਾਰ ਦੀ ਸ਼ੁਰੂ ਤੋਂ ਹੀ ਇੰਟੈਂਸ਼ਨ ਇਹੀ ਸੀਗੀ ਕਿ ਸਾਡਾ ਲੜਕਾ ਮੇਰੀ ਬੇਟੀ ਰਾਹੀਂ ਕੈਨੇਡਾ ਪਹੁੰਚੇ। ਹਾਲਾਂਕਿ ਮੈਨੂੰ ਇਸ ਗੱਲ ਦਾ ਥੋੜਾ ਆਭਾਸ ਹੋਣਾ ਸ਼ੁਰੂ ਹੋ ਗਿਆ ਸੀਗਾ, ਪਰ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਬੀਇੰਗ ਏ ਫਾਦਰ, ਬੀਇੰਗ ਏ ਪਿਤਾ, ਇੱਕ ਪਿਤਾ ਵਾਸਤੇ ਇੱਕ ਲੜਕੀ ਦੀ ਸ਼ਾਦੀ ਕਰਨੀ ਬੜੀ ਵੱਡੀ ਰਿਸਪੌਂਸਿਬਿਲਟੀ, ਜ਼ਿੰਮੇਵਾਰੀ ਹੁੰਦੀ ਹੈ। ਤੇ ਬਾਰ-ਬਾਰ ਇਹ ਗੁੱਡੇ ਗੱਡੀ ਦਾ ਖੇਲ ਨਹੀਂ, ਬਾਰ-ਬਾਰ ਇਹ ਚੀਜ਼ਾਂ ਬੜੀਆਂ ਔਖੀਆਂ ਹੁੰਦੀਆਂ, ਔਰ ਸਮਾਜਿਕ ਆਪਣਾ ਸਮਾਜ ਇਸ ਗੱਲ ਨੂੰ ਪ੍ਰਵਾਨ ਨਹੀਂ ਕਰਦਾ। ਮੈਂ ਆਪਣੀ ਬੇਟੀ ਨੂੰ ਹਮੇਸ਼ਾ ਹੀ ਕਿਹਾ ਵੀ ਤੂੰ ਪੁੱਤਰ ਆਪਣੇ ਆਪ ਨੂੰ ਇੰਪਰੂਵ ਕਰ, ਚੇਂਜ ਕਰ, ਔਰ ਸਾਰਾ ਕੁਝ ਹੋ ਗਿਆ ਪ੍ਰਮਾਤਮਾ ਦੀ ਕਿਰਪਾ ਨਾਲ। ਬੇਟੀ ਵੀ ਪਹੁੰਚ ਗਈ, ਔਰ ਕਰੋਨਾ ਪੀਰੀਅਡ ਹੋਣ ਦੇ ਬਾਵਜੂਦ ਵੀ ਸਤੰਬਰ 'ਚ ਮੇਰੀ ਬੇਟੀ ਗਈ ਆ। 4 ਕੁ ਮਹੀਨੇ ਬਾਅਦ ਫਰਵਰੀ ਦੇ ਵਿੱਚ ਮੇਰਾ ਜਵਾਈ ਵੀ ਉੱਥੇ ਪਹੁੰਚ ਗਿਆ, ਤੇ ਸਾਰਾ ਕੁਝ ਸਾਡੇ ਹਿਸਾਬ ਦੇ ਨਾਲ ਠੀਕ ਚੱਲ ਰਿਹਾ ਸੀਗਾ। ਪਰ ਸਾਨੂੰ ਇਹ ਨਹੀਂ ਸੀਗਾ ਪਤਾ ਕਿ ਇਹਨਾਂ ਦੀ ਇੰਟੈਂਸ਼ਨ ਹੋ ਰਹਾ। ਉਹਨੇ ਕੈਨੇਡਾ ਪਹੁੰਚ ਕੇ 1 ਮਹੀਨੇ ਵਿੱਚ ਹੀ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ। ਇਹ ਲੜਕੀ ਨੂੰ ਮਾਰਦਾ ਕੁੱਟਦਾ ਵੀ ਹੈ ਜੀ ਉੱਥੇ? ਬਿਲਕੁਲ ਜੀ, ਇਹ ਮਾਰਕੁੱਟ, ਡੋਮੈਸਟਿਕ ਵਾਇਲੈਂਸ ਵਾਲੀਆਂ, ਤਾਨੇ ਮਿਹਨੇ ਵਾਲੀਆਂ ਜਿਹੜੀਆਂ ਘਟਨਾਵਾਂ ਵਾ ਸ਼ਾਦੀ ਤੋਂ ਬਹੁਤ ਜਲਦੀ ਸ਼ੁਰੂ ਹੋ ਗਈਆਂ ਸੀਗੀਆਂ। ਤੁਹਾਡੇ ਨਾਲ ਵੀ ਕੋਈ ਗਲਤ ਬਿਹੇਵੀਅਰ ਨਾ ਬੋਲੇ? ਜੀ ਬਿਲਕੁਲ। ਇੱਥੇ ਮੈਂ ਜ਼ਿਕਰ ਕਰਨਾ ਚਾਹੂੰਗਾ ਕਿ ਜਦੋਂ ਮੇਰੀ ਬੇਟੀ ਨੇ ਜਾਣਾ ਸੀਗਾ, ਆਪਣੀ ਬੇਟੀ ਦੇ ਟਿਕਟ ਦੇ ਪੈਸੇ ਮੈਂ ਖੁਦ ਖਰਚੇ, ਔਰ ਮੇਰੇ ਕੋਲ ਇੱਕ ਲੈਪਟਾਪ ਸੀਗਾ, ਮੈਂ ਆਪਣੇ ਦਫ਼ਤਰੀ ਕੰਮਾਂ ਲਈ ਵਰਤਦਾ ਸੀਗਾ, ਉਹ ਦਿੱਤਾ। ਬੇਟੀ ਕੋਲ ਪੁਰਾਣਾ ਫੋਨ ਸੀ। ਚਲੋ ਛੋਟੀਆਂ ਚੀਜ਼ਾਂ ਮੈਂ ਸਾਰੀਆਂ, ਹਰ ਪੇਰੈਂਟਸ ਮਾਂ-ਬਾਪ ਡਿਮਾਂਡ ਪੂਰੀ ਹਰ ਪੇਰੈਂਟਸ ਕਰਦੇ ਆ, ਕੀਤੀਆਂ। ਔਰ ਜਦੋਂ ਮੈਰਿਜ ਤੋਂ ਬਾਅਦ ਕੁੱਟਮਾਰ ਹੋਣ ਲੱਗ ਗਈ ਸੀਗੀ, ਤੇ 2-3 ਵਾਰੀ ਸਾਡੇ ਉਹਨਾਂ ਦੇ ਪਰਿਵਾਰਕ ਮੈਂਬਰ, ਸਾਡੇ ਪਰਿਵਾਰਕ ਮੈਂਬਰ ਬੈਠੇ ਜਿਹੜੀਆਂ ਚੀਜ਼ਾਂ ਸੀਗੀਆਂ ਸਪੌਟ ਆਊਟ ਕਰਨ ਵਾਲੀਆਂ ਕੀਤੀਆਂ। ਈਵਨ ਨੌਬਤ ਇੱਕ ਵਾਰੀ ਇੱਦਾਂ ਆ ਗਈ ਕਿ ਮੈਨੂੰ ਆਪਣੀ ਪੁਲਿਸ ਚੌਂਕੀ ਰਈਆ ਦੇ ਵਿੱਚ ਲਿਖਤੀ ਸ਼ਿਕਾਇਤ ਵੀ ਦਰਜ ਕਰਨੀ ਪਈ। ਕੀ ਲੱਗਦਾ ਨਹੀਂ ਸੀਗਾ ਉਸੇ ਟਾਈਮ ਅਗਰ ਅਸੀਂ ਪੈਰ ਸੰਭਾਲ ਲੈਂਦੇ ਤੇ ਸ਼ਾਇਦ ਬੇਟੀ ਅੱਜ ਆਪਣੀ ਸਿਕਿਉਰ ਹੁੰਦੀ ਕੈਨੇਡਾ ਦੇ ਵਿੱਚ? ਜਿਹੜੇ ਇਸ ਤਰ੍ਹਾਂ ਦੇ ਨੌਜਵਾਨ ਨੇ ਜਾਂ ਲੜਕੀਆਂ ਨੂੰ ਗੁੰਮਰਾਹ ਕਰਕੇ ਲੈ ਕੇ ਜਾਂਦੇ, ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋ ਪਾਉਂਦੀ? ਦੇਖੋ, ਤੁਹਾਡਾ ਸਵਾਲ ਬਿਲਕੁਲ ਜਾਇਜ਼ ਆ। ਮੈਨੂੰ ਕਿਤੇ ਨਾ ਕਿਤੇ ਥੋੜੇ ਸਮੇਂ ਬਾਅਦ ਇਸ ਚੀਜ਼ ਦਾ ਆਭਾਸ ਹੋ ਗਿਆ ਸੀਗਾ, ਪਰ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਿਆ ਕਿ ਇੱਕ ਪਿਤਾ ਵਾਸਤੇ ਲੜਕੀਆਂ ਦੀ ਸ਼ਾਦੀ ਅਹਿਮ ਜ਼ਿੰਮੇਵਾਰੀ ਹੁੰਦੀ ਆ, ਤੇ ਇਹ ਬਾਰ-ਬਾਰ ਨਹੀਂ ਹੁੰਦੀਆਂ। ਦੂਜੇ ਪਾਸੇ ਮੈਨੂੰ ਇਹ ਭਰੋਸਾ ਵੀ ਸੀਗਾ ਕਿ ਜਦੋਂ ਦੋਨੇ ਕਪਲ, ਬੇਟੀ ਐਂਡ ਮੇਰਾ ਜਵਾਈ, ਉੱਥੇ ਪਹੁੰਚ ਗਿਆ ਤੇ ਇਹਨਾਂ ਦੀ ਲਾਈਫ ਅੱਛੀ ਹੋ ਜਾਊਗੀ, ਜਿਹੜੇ ਪਰਿਵਾਰਕ ਝਮੇਲੇ ਆ ਖਤਮ ਹੋ ਜਾਣਗੇ, ਇਹਨਾਂ ਨੇ ਆਪਣੀ ਡੇਲੀ ਲਾਈਫ ਵਿੱਚ ਬਿਜ਼ੀ ਹੋ ਜਾਣਾ, ਕੰਮਕਾਰ 'ਚ ਬਿਜ਼ੀ ਹੋ ਜਾਣਾ ਵਾ, ਤੇ ਇਹ ਸਾਰਾ ਕੁਝ ਮੁੱਕ ਜੂਗਾ। ਮੈਨੂੰ ਨਾ ਕਿਤੇ ਇਹਨਾਂ ਦੇ ਘਰ ਵਸਣ ਦੀ ਉਮੀਦ ਸੀਗੀ, ਇਸ ਲਈ ਮੈਂ ਥੋੜਾ ਜਿਹਾ ਸ਼ਾਂਤ ਰਿਹਾ ਜੀ। ਸ਼ਾਂਤ ਰਹਿਣ ਦਾ ਜਿਹੜਾ ਖਮਿਆਜਾ ਹੁਣ ਭੁਗਤਣਾ ਪੈ ਰਿਹਾ, ਔਰ ਜੇਕਰ ਖਮਿਆਜਾ ਭੁਗਤਣਾ ਪੈ ਰਿਹਾ ਤੇ ਹੁਣ ਕੀ ਬੇਟਾ ਤੇ ਜਵਾਈ ਇਕੱਠੇ ਰਹਿ ਰਹੇ ਨੇ ਬਾਹਰ ਕੈਨੇਡਾ 'ਚ? ਬਿਲਕੁਲ ਜੀ, ਮੈਂ ਸੋਚਦਾ ਵਾਂ ਕਿ ਮੈਂ ਜੇ ਉਸ ਸਮੇਂ ਸਟੈਪ ਲਿਆ ਹੁੰਦਾ ਤਾਂ ਸ਼ਾਇਦ ਇਹ ਨੌਬਤ ਅੱਜ ਵਾਲੀ ਨਾ ਆਉਂਦੀ। ਤੁਸੀਂ ਜਿਹੜਾ ਸਵਾਲ ਕਰਿਆ ਕਿ ਬੇਟੀ ਐਂਡ ਮੇਰਾ ਜਵਾਈ ਇਕੱਠੇ ਰਹਿ ਰਿਹਾ, ਜੀ ਨਹੀਂ, ਬਿਲਕੁਲ ਨਹੀਂ। 1 ਮਹੀਨਾ, ਉਹ ਮਹੀਨੇ ਤੋਂ ਤੁਸੀਂ 1.5 ਮਹੀਨਾ ਮੰਨ ਕੇ ਚਲੋ, 1.5 ਮਹੀਨਾ ਉਹ ਇਕੱਠੇ ਰਹੇ ਆ। ਉਸ ਤੋਂ ਬਾਅਦ ਜਿਉਂ ਹੀ ਮੇਰੀ ਬੇਟੀ ਨੇ ਉਹਦੇ ਵੱਖ-ਵੱਖ ਏਜੰਸੀਜ਼ ਨੂੰ ਰਿਜ਼ਿਊਮੇ ਭੇਜੇ ਸੀਗੇ, ਕੰਮ ਤੇ ਜਾਣ ਲੱਗਿਆ। ਜਿੱਥੇ ਕੰਮ ਤੇ ਜਾਂਦਾ ਸੀਗਾ ਉੱਥੇ ਬਹੁਤ ਸਾਰੀਆਂ ਲੜਕੀਆਂ ਦੇ ਨਾਲ ਉਹਦੇ ਅਫੇਅਰਸ, ਅਡਲਟਰੀ ਔਰ ਫਲਰਟਿੰਗ ਵਗੈਰਾ ਕਰਨ ਲੱਗ ਗਿਆ। ਤੁਸੀਂ ਜਾਣਦੇ ਹੋ ਕਿ ਕੋਈ ਵੀ, ਇਹ ਤਾਂ ਬਿਲਕੁਲ ਨਿਊਲੀ ਮੈਰਿਡ ਕਪਲ ਸੀਗਾ, ਚਾਹੇ ਪੁਰਾਣਾ ਕਪਲ ਵੀ ਹੋਵੇ, ਇਹ ਚੀਜ਼ਾਂ ਆਪਣੇ ਸਮਾਜ ਵਿੱਚ ਬਰਦਾਸ਼ਤ ਨਹੀਂ ਹੈਗੀਆਂ। ਇਹ ਚੀਜ਼ਾਂ। ਔਰ ਇੱਕ ਗੱਲ ਹੋਰ ਮੈਂ ਵਿਸ਼ੇਸ਼ ਜੋੜਨਾ ਚਾਹੂੰਗਾ ਇਹਦੇ ਵਿੱਚ, ਮੇਰੇ ਜਵਾਈ ਨੂੰ ਗਏ ਨੂੰ ਜਦੋਂ ਦਾ ਜਿੰਨਾ ਸਮਾਂ ਵੀ ਹੋ ਗਿਆ, ਜਿੰਨਾ ਵੀ ਉਹਨੇ ਕੰਮ ਕੀਤਾ, ਮੇਰੀ ਬੇਟੀ ਨੂੰ $1 ਦੀ ਵੀ, 1 ਪੈਨੀ ਦੀ ਵੀ ਉਹਨੇ ਸਪੋਰਟ ਨਹੀਂ ਕੀਤੀ। ਮੇਰੀ ਬੇਟੀ ਹੀ ਸਾਰਾ ਗਰੋਸਰੀ ਦਾ ਖਰਚਾ, ਸਾਰਾ ਵਾਈਫਾਈ, ਸਾਰੇ ਡੇਲੀ ਐਕਸਪੈਂਸਿਵ ਮੇਰੀ ਬੇਟੀ ਕਰਦੀ ਸੀਗੀ, ਤੇ ਜਿਹਦੀ ਫੀਸ ਸੀਗੀ ਲਾਸਟ ਸਮੈਸਟਰ ਦੀ, ਉਹ ਵੀ ਮੈਂ ਪੇ ਕਰੀ ਸੀਗੀ।
ਹੁਣ ਜੇਕਰ ਗੱਲ ਕੀਤੀ ਜਾਵੇ ਬੇਟੀ ਤੁਹਾਡੀ ਉੱਥੇ ਆ, ਹੁਣ ਉਹਦਾ ਕੀ ਵਿਚਾਰ ਹੈ ਕਿ ਡਿਵੋਰਸ ਲੈਣ ਦੀ ਗੱਲ ਕੀਤੀ ਜਾ ਰਹੀ ਹੈ? ਜੇਕਰ ਡਿਵੋਰਸ ਲੈਣਗੇ ਤੇ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਨੌਜਵਾਨ ਜਿਹੜੇ ਨੇ ਲੜਕੀਆਂ ਨੂੰ ਜਿਹੜਾ ਜਾਂ ਤੁਹਾਡੇ ਵਰਗੇ ਮਾਂ-ਬਾਪ ਨੇ ਉਹਨਾਂ ਨੂੰ ਬੁਖਲਾਹਟ 'ਚ ਲੈ ਕੇ ਵਿਦੇਸ਼ ਚਲੇ ਜਾਂਦੇ, ਕਿ ਉਹਨਾਂ ਨੂੰ ਵੀ ਵਾਪਸ ਭੇਜਣਾ ਚਾਹੀਦਾ? ਜੀ ਮੈਂ ਇਸ ਗੱਲ ਦਾ ਜਵਾਬ ਇਸ ਤਰੀਕੇ ਨਾਲ ਦੇਣਾ ਚਾਹਾਂਗਾ ਕਿ ਤੁਹਾਡੇ ਪਹਿਲੇ ਸਵਾਲ ਦੇ ਨਾਲ ਥੋੜ੍ਹਾ ਜੁੜਿਆ ਹੋਇਆ ਜਵਾਬ ਆ ਇਹ। ਜੇ ਪਹਿਲੇ ਥੋੜ੍ਹਾ ਤੁਸੀਂ ਪੁੱਛਿਆ ਹੈ ਕਿ ਪਹਿਲਾਂ ਤੁਹਾਨੂੰ ਇਸ ਗੱਲ ਦੀ ਕੋਈ ਸ਼ੰਕਾ ਨਹੀਂ ਸੀਗੀ, ਮੈਂ ਸ਼ੰਕਾ ਸੀਗੀ, ਪਰ ਜਿਵੇਂ ਦੱਸਿਆ ਕਿ ਮੈਨੂੰ ਲੱਗਦਾ ਸੀਗਾ ਸਭ ਕੁਝ ਠੀਕ ਹੋ ਜਾਊਗਾ। ਹੁਣ ਕਿਉਂਕਿ ਮੇਰੀ ਬੇਟੀ ਨੇ ਇਹ ਮਨ ਬਣਾ ਲਿਆ ਕਿ ਜਿਹੜਾ ਲੜਕਾ ਨਾ ਇੰਡੀਆ ਦੇ ਵਿੱਚ ਸੁਧਰਿਆ, 2-3 ਵਾਰੀ ਪੰਚਾਇਤਾਂ ਹੋਈਆਂ, ਪੁਲਿਸ ਸ਼ਿਕਾਇਤਾਂ ਹੋਈਆਂ, ਕੈਨੇਡਾ ਵਿੱਚ ਆ ਕੇ ਵੀ ਨਹੀਂ ਸੁਧਰਿਆ, ਮੇਰੀ ਬੇਟੀ ਨੇ ਆਪ ਫੈਸਲਾ ਕਰਿਆ ਕਿ ਮੈਂ ਇਸ ਦੇ 21 ਸਾਲ ਦੀ ਉਮਰ ਆ ਮੇਰੀ ਬੇਟੀ ਦੀ, ਉਹ ਸਾਰੀ ਉਮਰ ਇਸ ਦੇ ਨਾਲ ਕੱਟਣੀ ਔਖੀ ਹੋ ਜਾਊਗੀ। ਔਰ ਤੁਹਾਨੂੰ ਪਤਾ ਵਾ ਕਿ ਮੈਨੂੰ ਹੁਣ ਇਸ ਤਰ੍ਹਾਂ ਦਾ ਵੀ ਖਤਰਾ ਵਾ ਕਿ ਜਿਹੜਾ ਕੈਨੇਡਾ ਵਰਗੇ ਦੇਸ਼ ਵਿੱਚ ਜਾ ਕੇ ਡੋਮੈਸਟਿਕ ਵਾਇਲੈਂਸ ਕਰ ਦਿੱਤਾ, ਉਹ ਮੇਰੀ ਬੇਟੀ ਨੂੰ ਕੋਈ ਜਾਨੀ ਨੁਕਸਾਨ ਵੀ ਪਹੁੰਚਾ ਸਕਦਾ ਵਾ। ਇਹਦੇ ਲਈ ਤੁਹਾਡੀ ਬੇਟੀ ਨੇ ਕੋਈ ਕੈਨੇਡਾ ਪੁਲਿਸ ਨੂੰ ਕੋਈ ਕੰਪਲੇਂਟ ਦਰਜ ਕਰਵਾਈ ਗਈ ਹੈ ਤੁਹਾਡੇ ਵੀਡੀਓ? ਜੀ ਬਿਲਕੁਲ। ਜਦ ਡੋਮੈਸਟਿਕ ਵਾਇਲੈਂਸ ਹੋਈ ਸੀਗੀ, ਮੇਰੀ ਬੇਟੀ ਨੇ ਪਹਿਲਾਂ ਤਾਂ ਜਿਹੜੀਆਂ ਐਮਰਜੈਂਸੀ ਸਰਵਿਸਿਜ਼ ਆ ਉੱਥੇ ਕਾਲ ਕਰਨ ਦੀ ਕੋਸ਼ਿਸ਼ ਕਰਦੀ ਸੀਗੀ, ਔਰ ਮੇਰਾ ਜਵਾਈ ਉਹਦੇ ਕੋਲ ਫੋਨ ਸਨੈਚ ਕਰ ਲੈਂਦਾ ਸੀ, ਖੋਹ ਲੈਂਦਾ ਸੀਗਾ। ਮੇਰੀ ਬੇਟੀ ਨੇ ਪੜ੍ਹਾਈ ਕਰਦਿਆਂ ਦਰਮਿਆਨ ਕੁਝ ਆਨਲਾਈਨ ਸਰਚ ਕਰਕੇ, ਕੁਝ ਥੋੜ੍ਹੀ ਜਾਣਕਾਰੀ ਹੋ ਗਈ ਸੀ, ਥੋੜ੍ਹਾ ਸਮਾਂ ਜਾਣ ਕਰਕੇ ਆਨਲਾਈਨ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਨੂੰ ਕੰਪਲੇਂਟ ਪਾਈ। ਉਸ ਕੰਪਲੇਂਟ ਦੇ ਰਿਜ਼ਲਟ ਦੇ ਵਿੱਚ ਨੈਕਸਟ ਡੇ 2 ਆਫੀਸਰਸ ਉਹਦੇ ਕੋਲੋਂ ਆਈਆਂ। ਮੇਰੀ ਬੇਟੀ ਨੇ ਸਾਰੀ ਸਟੇਟਮੈਂਟ ਦਿੱਤੀ, ਉਹਨਾਂ ਨੂੰ ਸਟੇਟਮੈਂਟ ਦਿੱਤੀ, ਔਰ ਮੇਰੇ ਜਵਾਈ ਨੂੰ ਵੀ ਕਾਲ ਕੀਤੀ ਜਿਹੜਾ ਉਸ ਸਮੇਂ ਕੰਮ ਤੇ ਸੀਗਾ। ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਵਿਦ ਸਬੂਤਾਂ ਦੇ ਮੇਰੀ ਬੇਟੀ ਨੇ। ਤੇ ਜਦੋਂ ਮੇਰੇ ਜਵਾਈ ਨੂੰ ਇਹਨਾਂ ਸਬੂਤਾਂ ਦਾ ਕੁਝ ਇਹਦੇ ਸਵਾਲ ਜਵਾਬ ਪੁੱਛੇ ਗਏ, ਉਹ ਕੁਝ ਵੀ ਕਲੀਅਰ ਨਹੀਂ ਕਰ ਪਾਇਆ ਜੀ। ਹਮੇਸ਼ਾ ਹੀ ਮਾਂ-ਬਾਪ ਦੀ ਇੱਕ ਉਮੀਦ ਹੁੰਦੀ ਆ ਤੇ ਬੇਟੀ ਦਾ ਵਿਆਹ ਕਰਨਾ ਸਭ ਨਾਲੋਂ ਵੱਡਾ ਉਹਨਾਂ ਦਾ ਫਰਜ਼ ਹੁੰਦਾ ਹੈ। ਕਿ ਲੱਗਦਾ ਹੈ ਕਿ ਫਰਜ਼ ਤਾਂ ਨਿਭਾਇਆ ਗਿਆ, ਲੇਕਿਨ ਜਿਹਨੂੰ ਆਪਣੇ ਨਾਲ ਸੁਹੇੜਿਆ ਗਿਆ ਸੀਗਾ ਉਹੀ ਗਲਤ ਹੋ ਗਿਆ, ਕੋਈ ਗਲਤ ਫੈਸਲਾ ਹੋ ਗਿਆ। ਕਿਤੇ ਨਾ ਕਿਤੇ ਮਲਾਲ ਹੁੰਦਾ ਦਿਮਾਗ ਦੇ ਵਿੱਚ, ਕਿਤੇ ਨਾ ਕਿਤੇ ਸੋਚਦੇ ਕਿ ਜਿਹੜੀ ਫੁੱਲਾਂ ਵਾਂਗੂ ਪਾਲੀ ਹੋਈ ਧੀ ਸੀਗੀ ਅੱਜ ਕੰਡਿਆਂ ਦੇ ਵਿੱਚ ਤੁਰੀ ਫਿਰਦੀ, ਕਿਉਂਕਿ ਕੈਨੇਡਾ 'ਚ ਇਕੱਲੀ ਹੈ ਇਸ ਸਮੇਂ ਉਹ। ਕੀ ਲੱਗਦਾ ਹੈ ਕਿ ਕਿਤੇ ਨਾ ਕਿਤੇ ਕੰਡਿਆਂ ਦੇ ਵਿੱਚ ਤੁਰੀ ਫਿਰਦੀ? ਜੀ ਬਿਲਕੁਲ। ਮੈਂ ਆਪਣੀ ਬੇਟੀ ਲਈ ਇੱਕ ਜੀਵਨ ਸਾਥੀ ਦੀ ਚੋਣ ਕੀਤੀ ਸੀਗੀ। ਸਾਰੇ ਚਾਹੇ ਪਿਤਾ ਕੋਈ ਅਨਪੜ੍ਹ ਹੋਵੇ, ਚਾਹੇ ਪੜ੍ਹਿਆ ਲਿਖਿਆ ਹੋਵੇ, ਹਰ ਇੱਕ ਦੀ ਇੱਛਾ ਇਹ ਹੁੰਦੀ ਹੈ ਕਿ ਮੈਂ ਆਪਣੀ ਬੇਟੀ ਦੇ ਲਈ ਇੱਕ ਅੱਛਾ ਵਰ ਪਾਲਾਂ, ਅੱਛਾ ਪਰਿਵਾਰ ਪਾਲਾਂ। ਮੈਂ ਵੀ ਆਪਣੀ ਸੋਝੀ ਅਨੁਸਾਰ ਅੱਛਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੈਨੂੰ ਇਹ ਨਹੀਂ ਸੀਗਾ ਪਤਾ ਕਿ ਉਸ ਪਰਿਵਾਰ ਦਾ ਮਨਸ਼ਾ ਕੇਵਲ ਆਪਣੇ ਬੇਟੇ ਨੂੰ ਕੈਨੇਡਾ ਪਹੁੰਚਾਉਣਾ ਹੀ ਆ। ਮੈਂ ਤਾਂ ਆਪਣੇ ਵੱਲੋਂ ਜੀ ਬਿਲਕੁਲ ਬੈਸਟ ਕੀਤਾ, ਜੋ ਇੱਕ ਬਾਪ ਆਪਣੀ ਬੇਟੀ ਲਈ ਬੈਸਟ ਕਰ ਸਕਦਾ। ਇੱਕ ਮੈਂ ਹੋਰ ਜ਼ਿਕਰ ਕਰ ਦੇਵਾਂ, ਮੈਂ ਆਪਣੀ ਬੇਟੀ ਨੂੰ, ਮੇਰੀ ਇੱਕ ਬੇਟੀ ਆ, 2 ਬੇਟੇ ਆ। ਐਜੂਕੇਟਡ ਹੋਣ ਦੇ ਕਰਕੇ ਮੈਂ ਆਪਣੀ ਬੇਟੀ ਔਰ ਬੇਟਿਆਂ 'ਚ ਕੋਈ ਕਿਸੇ ਤਰ੍ਹਾਂ ਦਾ ਅੰਤਰ ਨਹੀਂ ਸਮਝਦਾ। ਮੇਰੀ ਸੋਚ ਇਵੇਂ ਦੀ ਨਹੀਂ ਹੈਗੀ, ਮੇਰੇ ਪਰਿਵਾਰਕ ਮੈਂਬਰਾਂ ਦੀ ਕਿਸੇ ਦੀ ਵੀ ਨਹੀਂ ਹੈਗੀ। ਕੁਛ ਜਿੱਥੇ ਉਹਦੇ ਇਨ-ਲਾਜ਼ ਸੀਗੇ, ਸਹੁਰਾ ਪਰਿਵਾਰ ਥੋੜ੍ਹਾ ਰੂਰਲ ਏਰੀਏ ਨੂੰ ਬਿਲੋਂਗ ਕਰਦੇ ਸੀਗੇ, ਉਹਨਾਂ ਦੀਆਂ ਔਰਤਾਂ ਆਪਣੇ ਘਰ ਤੋਂ ਬਾਹਰ ਤੱਕ ਦੁਕਾਨ 'ਤੇ ਨਹੀਂ ਜਾ ਸਕਦੀਆਂ। ਤੇ ਇਹ ਵੀ ਚੀਜ਼ਾਂ, ਛੋਟੀਆਂ ਚੀਜ਼ਾਂ ਮੈਟਰ ਕਰਦੀਆਂ ਸੀ, ਜਿਨ੍ਹਾਂ ਨੂੰ ਅਸੀਂ ਇੱਥੇ 2-3 ਵਾਰੀ ਬੈਠ ਕੇ ਸੌਟ ਆਊਟ ਕਰ ਲਿਆ। ਪਰ ਜਦੋਂ ਉਹ ਕੈਨੇਡਾ ਜਾ ਕੇ ਵੀ ਡੋਮੈਸਟਿਕ ਵਾਇਲੈਂਸ ਐਂਡ ਅਡਲਟਰੀ ਫਲਰਟਿੰਗ ਕਰਨ ਤੋਂ ਨਹੀਂ ਹਟਿਆ, ਤਦ ਸਾਨੂੰ ਇਹ ਫੈਸਲਾ ਲੈਣਾ ਪਿਆ ਕਿ ਪਿਛਲੇ ਦਿਨਾਂ ਵਿੱਚ ਲਵਪ੍ਰੀਤ ਦਾ ਕੇਸ ਹੋਇਆ ਵਾ, ਕਿਤੇ ਮੇਰੀ ਬੇਟੀ ਦੇ ਨਾਲ ਵੀ ਇੰਝ ਦਾ ਕੋਈ ਦੁਖਾਂਤ ਨਾ ਵਾਪਰ ਜਾਵੇ। ਜ਼ਰੂਰ ਕਿਤੇ ਨਾ ਕਿਤੇ ਮਾਂ ਦਾ ਜਿਹੜਾ ਹਿਰਦਾ ਆ ਜ਼ਰੂਰ ਕਿਤੇ ਨਾ ਕਿਤੇ ਜ਼ਰੂਰ ਝੁਝੋੜਦਾ ਹੁੰਦਾ ਆ ਨਜ਼ਰ ਆ ਰਿਹਾ, ਕਿਉਂਕਿ ਹਮੇਸ਼ਾ ਹੀ ਬੱਚੀਆਂ ਜਿਹੜੀਆਂ ਨੇ ਆਪਣੀ ਮਾਂ ਨੂੰ ਪਹਿਲੀ ਸਹੇਲੀ ਦਾ ਰੂਪ ਵੀ ਦਿੰਦੀਆਂ ਨੇ। ਭੈਣ ਜੀ ਕੋਈ ਗੱਲ ਨਹੀਂ, ਘਬਰਾਉਣ ਵਾਲੀ ਕੋਈ ਗੱਲ ਨਹੀਂ ਇਸ ਤਰ੍ਹਾਂ ਦੀ। ਤੁਸੀਂ ਦੱਸੋ ਕਿ ਤੁਹਾਡੀ ਬੇਟੀ ਨਾਲ ਤੁਹਾਡੀ ਕਦੀ ਗੱਲਬਾਤ ਹੋਈ ਹੈ, ਠੀਕ ਠਾਕ ਆ, ਜਾਂ ਕਦੀ ਉਹਨੇ ਫੋਨ ਕਰਕੇ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਅਜੇ ਤੱਕ? ਹਾਂਜੀ, ਫੋਨ ਡੇਲੀ ਕਰਦੀ ਸੀ, 2 ਟਾਈਮ ਕਰਦੀ ਸਗੋਂ। ਪਰ ਉਹਨੇ ਪਹਿਲਾਂ ਮੈਨੂੰ ਕੁਝ ਨਹੀਂ ਦੱਸਿਆ। ਜਦੋਂ ਤੇ ਜ਼ਿਆਦਾ ਅਤਿਆਚਾਰ ਹੋਣ ਲੱਗੇ ਫਿਰ ਉਹਨੇ ਦੱਸਿਆ ਸਾਨੂੰ। ਕਦੀ ਉਹਨੇ ਦੱਸਿਆ ਕਿ ਮਾਰਿਆ ਕੁੱਟਿਆ ਬੜਾ ਸੀਗਾ? ਹਾਂਜੀ, ਮਾਰਦਾ, ਮੂੰਹ ਤੇ ਚਪੇੜਾਂ ਬਹੁਤ ਮਾਰਦਾ ਸੀ ਉਹਨੂੰ, ਗਾਲਾਂ ਕੱਢਣੀਆਂ, ਬਹੁਤ ਟੌਰਚਰ ਕਰਦਾ ਸੀ ਉਹਨੂੰ। ਤੇ ਉਹਨੇ ਫਿਰ ਸਾਨੂੰ ਦੱਸਿਆ। ਅਸੀਂ ਰਿਸ਼ਤੇਦਾਰ ਮਾਮੇ ਹੋਣਾ ਨਾਲ ਸਾਰਿਆਂ ਨਾਲ ਗੱਲ ਕੀਤੀ, ਆਪਣੇ ਰਿਸ਼ਤੇਦਾਰਾਂ ਨਾਲ। ਕੀ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਲੜਕੇ ਨੇ ਇਹਨਾਂ ਨੂੰ ਜ਼ਰੂਰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ? ਕਿਉਂਕਿ ਜੇਕਰ ਲਵਪ੍ਰੀਤ ਦੀ ਗੱਲ ਕੀਤੀ ਜਾਵੇ ਤੇ ਇੱਕ ਕੁੜੀ ਨੂੰ ਜਿਸ ਤਰ੍ਹਾਂ ਸਿਸਟਮ ਦੇ ਨਾਲ ਉਹਨੂੰ ਘੁਬਿਆਰਿਆ ਗਿਆ, ਕਿਸੇ ਲੱਗਦਾ ਨਹੀਂ ਕਿ ਮੁੰਡੇ ਵੀ ਇਸ ਤਰ੍ਹਾਂ ਦੀਆਂ ਗਲਤੀਆਂ ਕਰਦੇ ਨੇ? ਹਾਂਜੀ, ਮੁੰਡੇ ਵੀ ਕਰਦੇ ਨੇ। ਇਹਨਾਂ ਨੇ ਸਾਨੂੰ
ਜਾਣੀ ਕਿ ਸਾਡੀ ਬੇਟੀ ਨੂੰ ਸ਼ੁਰੂ ਤੋਂ ਹੀ ਟੌਰਚਰ ਕਰਦੇ ਰਹੇ ਆ, ਵਿਆਹ ਤੋਂ ਬਾਅਦ ਇੱਥੇ ਵੀ ਕਰਦੇ ਰਹੇ। ਅਸੀਂ ਸਮਝਿਆ ਚਲੋ ਉੱਥੇ ਚੱਲ ਗਏ, ਉੱਥੇ ਠੀਕ ਰਹਿਣਗੇ, ਪਰ ਉੱਥੇ ਜਾ ਕੇ ਵੀ ਮੁੰਡਾ ਟੌਰਚਰ ਕਰਦਾ ਰਿਹਾ, ਕੁੱਟਦਾ ਮਾਰਦਾ ਰਿਹਾ। ਬੇਟੀ ਦੀਆਂ ਗੱਲਾਂ ਸਾਡੀਆਂ ਲਾਲ ਹੁੰਦੀਆਂ। ਮੇਰੇ ਪੁੱਛਣ ਤੇ ਮੈਂ ਪੁੱਛਣਾ ਵੀ ਲਾਲ ਕਿਉਂ, ਕਹਿੰਦੀ ਨਹੀਂ ਵੈਸੇ ਹੋਈਆਂ ਵਾ, ਠੰਡ ਹੈ ਇੱਧਰ। ਪਹਿਲਾਂ ਕੁਛ ਨਹੀਂ ਦੱਸਦੀ ਰਹੀ। ਫਿਰ ਉਹਨੇ ਜਦੋਂ ਗੁਬਾਰ ਅੰਦਰ ਦਾ ਫੁੱਟ ਜਾਂਦਾ, ਫਿਰ ਉਹਨੇ ਦੱਸਿਆ ਮੰਮੀ ਨੇ ਇਸ ਤਰ੍ਹਾਂ ਮਾਰਦੇ ਕੁੱਟਦੇ ਆ, ਤੇ ਇਦਾਂ ਸਾਰਾ ਖਰਚਾ ਮੇਰੇ ਕੋਲੋਂ ਹੀ ਕਰਾਉਂਦੇ ਆ, ਆਪ ਕੁਛ ਨਹੀਂ ਕਰਦੇ। ਆਪ ਕਹਿੰਦੇ ਮੈਂ ਘਰ ਹੀ ਪੈਸੇ ਭੇਜਣੇ ਆ। ਫਿਰ ਫੀਸ ਭੇਜਣੀ ਸੀ, ਕਹਿੰਦੀ ਮੇਰੇ ਕੋਲ ਫੀਸ ਹੁਣ ਹੈ ਨਹੀਂ ਆ। ਤੇ ਮੈਂ ਇਹਨਾਂ ਨਾਲ ਗੱਲ ਕੀਤੀ, ਮੈਂ ਫੀਸ ਮੰਗਦੀ ਪਈ ਉਹ। ਫਿਰ ਅਸੀਂ ਫੀਸ ਦੀ ਅਰੇਂਜਮੈਂਟ ਕੀਤੀ, ਤੇ ਮੁੰਡਾ ਕਹਿਣ ਲੱਗਾ ਵੀ ਮੈਂ ਫੀਸ ਨਹੀਂ ਦੇਣੀ, ਆਪਣੇ ਮਾਂ-ਬਾਪ ਤੋਂ ਮੰਗਵਾ ਲਏ। ਤੁਸੀਂ ਚਾਹੁੰਦੇ ਹੋ ਕਿ ਉਹਦੇ ਖਿਲਾਫ ਹੁਣ ਕੋਈ ਨਾ ਕੋਈ ਕਾਰਵਾਈ ਹੋਣੀ ਚਾਹੀਦੀ ਜਾਂ ਉਹਨੂੰ ਡਿਪੋਰਟ ਕੀਤਾ ਜਾਣਾ ਚਾਹੀਦਾ ਵਾਪਸ? ਹਾਂਜੀ, ਜ਼ਰੂਰ ਹੋਣੀ ਚਾਹੀਦੀ, ਕਾਰਵਾਈ ਹੋਣੀ ਚਾਹੀਦੀ, ਉਹਨੂੰ ਰਿਪੋਰਟ ਹੋਣਾ ਚਾਹੀਦਾ ਵਾ। ਸੋ ਤੁਸੀਂ ਦੇਖਿਆ ਕਿ ਇੱਕ ਕੇਸ ਸਾਹਮਣੇ ਆਇਆ ਸੀਗਾ ਲਵਪ੍ਰੀਤ ਤੇ ਬੇਅੰਤ ਕੌਰ ਦਾ, ਜਿਸ ਵਿੱਚ ਬੇਅੰਤ ਕੌਰ ਨੂੰ ਜਿਹੜਾ ਸੀਗਾ ਕਸੂਰਵਾਰ ਜ਼ਰੂਰ ਠਹਿਰਾਇਆ ਜਾ ਰਿਹਾ ਸੀਗਾ, ਕਿਉਂਕਿ ਲਵਪ੍ਰੀਤ ਦੀ ਜਿਹੜੀ ਸੀਗੀ ਉਹ ਮੌਤ ਹੋਈ ਸੀਗੀ। ਲੇਕਿਨ ਕਈ ਇਸ ਤਰ੍ਹਾਂ ਦੀਆਂ ਮਾਵਾਂ ਵੀ ਨੇ ਜਿਨ੍ਹਾਂ ਦੀਆਂ ਬੱਚੀਆਂ ਬਹੁਤ ਤਸ਼ੱਦਦ ਜਿਹੜਾ ਆ ਉਹ ਦਾ ਸਾਹਮਣਾ ਜਿਹੜਾ ਆ ਕਰਨਾ ਪੈ ਰਿਹਾ, ਔਰ ਵਿਦੇਸ਼ 'ਚ ਬੈਠੇ, ਕਿਉਂਕਿ ਜਿੱਥੇ ਦੇ ਕਾਨੂੰਨ ਬਹੁਤ ਸਖਤ ਨੇ, ਲੇਕਿਨ ਕਿਤੇ ਨਾ ਕਿਤੇ ਜ਼ਰੂਰ ਨੌਜਵਾਨਾਂ ਦੇ ਨਾਲ ਨਾਲ ਜਿਹੜੀਆਂ ਔਰਤਾਂ ਜਿਹੜੀਆਂ ਨੇ ਉਹ ਵੀ ਜ਼ਰੂਰ, ਬੱਚੀਆਂ ਜਿਹੜੀਆਂ ਨੇ ਉਹ ਵੀ ਜ਼ਰੂਰ ਪ੍ਰਭਾਵਿਤ ਵੀ ਹੁੰਦੀਆਂ ਪਈਆਂ ਨੇ। ਲੇਕਿਨ ਲਗਾਤਾਰ ਹੀ ਜਿਹੜੇ ਨੌਜਵਾਨ ਨੇ ਉਹਨਾਂ ਦੀ ਇੱਕੋ ਹੀ ਦੌੜ ਹੈ ਵਿਦੇਸ਼ ਜਾਣਾ, ਚਾਹੇ ਉਹ ਕਿਸੇ ਵੀ ਤਰੀਕੇ ਦੇ ਨਾਲ ਜਾਣਾ ਹੋਵੇ, ਕਿਉਂਕਿ ਹਰੇਕ ਬੱਚਾ ਚਾਹੁੰਦਾ ਕਿ ਉਹ ਵਿਦੇਸ਼ ਜਾ ਕੇ ਆਪਣੀ ਤਰੱਕੀ ਜਿਹੜੀ ਆ ਜ਼ਰੂਰ ਕਰੇ। ਲੇਕਿਨ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਮਾਂ-ਬਾਪ ਜ਼ਰੂਰ, ਉਹਨਾਂ ਦੀ ਅੱਖਾਂ ਦੇ ਵਿੱਚ ਜ਼ਰੂਰ ਹੰਝੂ ਹੁੰਦੇ ਨੇ ਜਦੋਂ ਬੱਚੀਆਂ ਦੇ ਨਾਲ ਤਸ਼ੱਦਦ ਹੁੰਦਾ ਆ, ਅਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਦੇ ਮਾਂ-ਬਾਪ ਜਿਹੜਾ ਉਹਨਾਂ ਦੀ ਸਾਰ ਨਹੀਂ ਲੈਂਦੇ। ਲੇਕਿਨ ਅਸੀਂ ਵੀ ਨੌਜਵਾਨਾਂ ਨੂੰ ਜ਼ਰੂਰ ਔਨ ਏਅਰ ਦੇ ਮਾਧਿਅਮ ਨਾਲ ਅਪੀਲ ਜ਼ਰੂਰ ਕਰਾਂਗੇ ਕਿ ਉਹ ਪੰਜਾਬ 'ਚ ਹੀ ਰਹਿਣ। ਪੰਜਾਬ 'ਚ ਰਹਿਣ ਤੋਂ ਬਾਅਦ ਆਪਣਾ ਕਾਰੋਬਾਰ ਜਿਹੜਾ ਆ ਉਹ ਜ਼ਰੂਰ ਇੱਥੇ ਕਰਨ। ਅਗਰ ਵਿਦੇਸ਼ ਜਾਣਾ ਵੀ ਆ ਤੇ ਪੜ੍ਹਾਈ ਕਰਨ, ਜ਼ਰੂਰ ਆਪਣਾ ਮੁਕਾਮ ਹਾਸਲ ਕਰਨ। ਲੇਕਿਨ ਪੰਜਾਬ ਵਰਗੀ ਰੀਸ ਕਿਤੇ ਨਹੀਂ, ਕਿਉਂਕਿ ਹਰੇਕ ਵਿਅਕਤੀ ਜਦੋਂ ਵੀ ਭੀੜ ਪੈਂਦੀ ਹੈ ਤੇ ਪਰਿਵਾਰ ਦੇ ਲੋਕ ਜਿਹੜੇ ਨੇ ਉਹ ਜ਼ਰੂਰ ਉਹਨਾਂ ਦੇ ਨਾਲ ਖੜੇ ਹੁੰਦੇ ਨੇ। ਲੇਕਿਨ ਮਾਂ ਜਿਹੜੀ ਆ ਜ਼ਰੂਰ ਰੋ ਕੇ ਆਪਣੀ ਬੱਚੀ ਦੀ ਜਿਹੜੀ ਆ ਇਨਸਾਫ ਦੀ ਮੰਗ ਜਿਹੜੀ ਆ ਜ਼ਰੂਰ ਕਰ ਰਹੀ ਹੈ। ਕੈਮਰਾਮੈਨ ਨਰਿੰਦਰ ਸਿੰਘ ਦੇ ਨਾਲ ਗੁਰਪ੍ਰੀਤ ਸਿੰਘ, ਔਨ ਏਅਰ, ਬਾਬਾ ਬਕਾਲਾ।